ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਬੇਸ਼ੁਮਾਰ ਅਥਾਹ ਅਗਣਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸੱਜਣ ਸੱਚਾ ਪਾਤਸ਼ਾਹੋ, ਸਿਰ ਸਾਹਾਂਦ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੈਰਾੜੀ ਮਹੱਲਾ ਚੌਥਾ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵੇ। ਹਰ ਆਪੇ ਹੀ ਮਤ ਦੇਵੈ ਸੁਆਮੀ, ਹਰ ਆਪੇ ਬੋਲ ਬੁਲਾਵੇ। ਹਰ ਆਪੇ ਪੰਚ ਤਤ ਬਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੈ। ਜਨ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਝਗਰ ਚੁਕਾਵੇ। ਹਰ ਆਪੇ ਪੰਚ ਤਤ ਬਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੈ। ਜਨ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਝਗਰ ਚੁਕਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਐਸੇ ਸਤਿਗੁਰੂ ਇਸ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਸਾਡੇ ਉਧਾਰ ਵਾਸਤੇ ਆਪਣੀ ਪਵਿੱਤਰ ਬਾਣੀ
ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕਰਕੇ ਦੇ ਰਹੇ ਨੇ। ਧਾਰਮਿਕ ਗ੍ਰੰਥਾਂ ਨੇ ਇਸ ਸਮੇਂ ਨੂੰ ਕਲਯੁਗ ਦੱਸਿਆ ਹੈ, ਪਰ ਇਹਦੇ ਬਿਲਕੁਲ ਉਲਟ ਸਾਇੰਸ ਨੇ ਇਹਨੂੰ ਗੋਲਡਨ ਏਜ ਕਿਹਾ ਹੈ। ਸਾਇੰਸ ਕਹਿੰਦੀ ਹੈ ਸੁਨਹਿਰੀ ਯੁੱਗ ਹੈ, ਆਪਾਂ ਕਹਿੰਦੇ ਹਾਂ ਵੀ ਕਲਯੁਗ ਹੈ। ਫਿਰ ਗੱਲ ਕਿੱਦਾਂ ਬਣੇਗੀ? ਸ਼ੰਕਾ ਪੈਦਾ ਹੋ ਸਕਦਾ ਹੈ ਕਿ ਕਲਯੁਗ ਧਾਰਮਿਕ ਗ੍ਰੰਥ ਕਹਿੰਦੇ ਨੇ, ਧਰਮ ਕਹਿੰਦਾ ਹੈ ਅਬ ਕਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਆਨ ਰੁਤ ਨਾਹੀ ਮਤ ਭਰਮ ਭੂਲੋ। ਪਰ ਸਾਇੰਸ ਤੇ ਇਹਨੂੰ ਗੋਲਡਨ ਇਰਾ ਕਹਿੰਦੀ ਹੈ, ਏਜ ਕਹਿੰਦੀ ਹੈ। ਇਹਦੇ ਸਵਾਲ ਦੇ ਜਵਾਬ ਦੇ ਵਿੱਚ ਜੇ ਆਪਾਂ ਜਾਈਏ, ਵਿਚਾਰ ਕਰੀਏ, ਗੁਰੂ ਸਾਹਿਬ ਜੇ ਸੁਮਤ ਬਖਸ਼ਣ, ਸਾਇੰਸ ਬਾਹਰੋਂ ਦੇਖ ਕੇ ਕਹਿੰਦੀ ਹੈ ਤੇ ਧਰਮ ਅੰਦਰੋਂ ਦੇਖ ਕੇ ਕਹਿੰਦਾ ਹੈ। ਬਾਹਰੋਂ ਬੜੀ ਤਰੱਕੀ ਹੈ, ਇੰਨੀ ਤਰੱਕੀ ਕਿਸੇ ਯੁੱਗ ਦੇ ਵਿੱਚ ਵੀ ਨਹੀਂ ਹੋਈ ਜਿੰਨੀ ਅੱਜ ਤਰੱਕੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇੰਨੀ ਹੋ ਜਾਣੀ ਹੈ ਕਿ ਅਸੀਂ ਸੋਚਣ ਸਮਰੱਥਾ ਤੋਂ ਸਾਡੀ ਤੋਂ ਬਾਹਰ ਹੋਵੇਗੀ ਗੱਲ। ਪਰ ਜੇ ਅੰਦਰੂਨੀ ਤੌਰ ਤੇ ਦੇਖੀਏ ਤੇ ਬੰਦਾ ਕਾਲਖ ਦੇ ਨਾਲ ਇੰਨਾ ਭਰ ਚੁੱਕਾ ਹੈ। ਕੋਈ ਸਮਾਂ ਸੀ ਮਾਂ ਪਿਓ ਕਹਿੰਦੇ ਸੀ ਵੀ ਜਾ ਚਲਿਆ ਜਾ, ਤੇ ਪੁੱਤ ਏਡੇ 7 ਬਚਨੀ ਸੀ, ਉਹ 14 ਸਾਲ ਕੱਟਣ ਚਲੇ ਗਿਆ, ਅੱਗੇ ਉਹ ਸਵਾਲ ਨਹੀਂ ਕੀਤਾ। ਅੱਜ ਸਮਾਂ ਇਹ ਆ ਗਿਆ ਹੈ ਕਿ ਬੱਚੇ ਮਾਂ ਪਿਓ ਨੂੰ ਘਰੋਂ ਕੱਢਦੇ ਪਏ, ਮਾਂ ਪਿਓ ਧੱਕੇ ਖਾਂਦੇ ਪਏ। ਬਾਹਰੋਂ ਜਿਹੜੀ ਮਰਜ਼ੀ ਗੋਲਡਨ ਏਜ ਹੋਵੇ, ਪਰ ਅੰਦਰ ਕਾਲਖ ਇੰਨੀ ਭਰ ਗਈ, ਇਸ ਕਰਕੇ ਧਰਮ ਨੇ ਇਹਨੂੰ ਕਲਯੁਗ ਕਹਿ ਦਿੱਤਾ ਹੈ ਕਿ ਹਿਰਦੇ 'ਚ ਕਾਲਖ ਭਰ ਚੁੱਕੀ ਹੈ। ਐਸਾ ਸਮਾਂ ਹੈ। ਸਤਿਗੁਰੂ ਦੀ ਬਾਣੀ ਹੀ ਇੱਕ ਇੱਦਾਂ ਦਾ ਓਟ ਆਸਰਾ ਹੈ ਜਿਹੜੀ ਹਿਰਦੇ ਨੂੰ ਠੰਡ ਪਾਉਂਦੀ ਹੈ, ਸ਼ਾਂਤੀ ਦਿੰਦੀ ਹੈ, ਮਨ ਨੂੰ ਟਿਕਾ ਬਖਸ਼ਦੀ ਹੈ ਤੇ ਸਾਨੂੰ ਸੱਚ ਤੋਂ ਜਾਣੂ ਕਰਾਉਂਦੀ ਹੈ। ਗੁਰਬਾਣੀ ਦੇ ਵਿੱਚ ਧਰਮ ਦੇ ਹਰ ਪ੍ਰਸ਼ਨ ਦਾ ਜਵਾਬ ਦਿੱਤਾ ਗਿਆ ਹੈ। ਅੱਜ ਬੜਾ ਸੋਹਣਾ ਸ੍ਰੀ ਮੁਖ ਵਾਕ ਉਪਦੇਸ਼ ਜਗਤ ਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਕਿਰਪਾ ਕਰਕੇ ਬਖਸ਼ਿਸ਼ ਕਰਕੇ ਦਿੱਤਾ ਹੈ। ਸ਼੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ, ਉਹ ਕਹਿੰਦੇ ਹੁੰਦੇ ਸੀ ਕਿ ਬਾਕੀ ਸਾਰੇ ਗੁਰੂ ਪਰ 10 ਪਾਤਸ਼ਾਹੀਆਂ ਜਗਤ ਗੁਰੂ। ਗੁਰੂ ਗ੍ਰੰਥ ਸਾਹਿਬ ਜਗਤ ਗੁਰੂ, ਗੁਰੂ ਤੇ ਪਹਿਲਾਂ ਵੀ ਹੋਏ ਨੇ। ਗੋਰਖਨਾਥ ਜੀ ਨੂੰ ਵੀ ਉਹਨਾਂ ਦੀ ਸੰਪਰਦਾ ਗੁਰੂ ਕਹਿੰਦੀ। ਹੋਰ ਵੀ ਬੜੇ ਮਹਾਤਮਾ ਨੇ ਜਿਹੜੇ ਆਪਣੇ ਆਪ ਨੂੰ ਗੁਰੂ ਅਖਵਾਉਂਦੇ ਨੇ। ਪੁਰਾਣੇ ਸਮੇਂ ਦੇ ਵਿੱਚ ਅਵਤਾਰੀ ਪੁਰਸ਼ ਹੋਏ ਨੇ ਸ੍ਰੀ ਰਾਮਚੰਦਰ, ਸ੍ਰੀ ਕ੍ਰਿਸ਼ਨ। ਇਸਲਾਮ ਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ, ਯਹੂਦੀਆਂ ਵਿੱਚ ਹਜ਼ਰਤ ਮੁਸਾਈਕੋ ਮੂਸਾ ਸਾਹਿਬ। ਇਹ ਵੀ ਤਾਂ ਸਾਰੇ ਉਹਨਾਂ ਦੇ ਧਰਮ ਦੇ ਗੁਰੂ ਨੇ। ਪਰ ਧੰਨ ਗੁਰੂ ਗ੍ਰੰਥ ਸਾਹਿਬ ਤੇ 10 ਪਾਤਸ਼ਾਹੀਆਂ ਜਗਤ ਗੁਰੂ ਨੇ। ਕਿਉਂ? ਇਹਨਾਂ ਨੇ ਸਾਰਿਆਂ ਨੂੰ ਹੀ ਸਾਂਝਾ ਉਪਦੇਸ਼ ਦਿੱਤਾ। ਇਹਨਾਂ ਪਾਸ ਕਿਸੇ ਧਰਮ ਦਾ ਬੰਦਾ ਆਇਆ, ਕਿਸੇ ਫਿਰਕੇ ਦਾ ਬੰਦਾ ਆਇਆ, ਕਿਸੇ ਜਾਤ ਦਾ ਆਇਆ, ਪਾਤ ਦਾ ਆਇਆ, ਇਹਨਾਂ ਨੇ ਹਰੇਕ ਨੂੰ ਹੀ ਗੁਰਬਾਣੀ ਦੇ ਵਿੱਚ ਉਪਦੇਸ਼ ਦਿੱਤਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਪਾਸ ਜੇ ਕੋਈ ਸੁਨਿਆਰ ਆਇਆ ਤੇ ਮਹਾਰਾਜ ਨੇ ਆਖਿਆ ਜਤ ਪਹਾਰਾ ਧੀਰਜ ਸੁਨਿਆਰ। ਜੇ ਕੋਈ ਜ਼ਿਮੀਂਦਾਰ ਆਇਆ ਤਾਂ ਮਹਾਰਾਜ ਨੇ ਆਖਿਆ ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ। ਜੇ ਜੋਗੀ ਆਇਆ ਤੇ ਜੋਗੀ ਨੂੰ ਉਪਦੇਸ਼ ਦਿੱਤਾ। ਜੇ ਬ੍ਰਾਹਮਣ ਆਇਆ ਤਾਂ ਸੋ ਪੰਡਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮੈਂ ਸੁਧ। ਜੇ ਮੁਸਲਮਾਨ ਆਇਆ ਤੇ ਮੁਸਲਮਾਨ ਮੋਮ ਦਿਲ ਹੋਵੇ। ਹਰੇਕ ਨੂੰ ਉਪਦੇਸ਼ ਦਿੱਤਾ। ਇਸੇ ਕਰਕੇ ਸਤਿਗੁਰਾਂ ਨੂੰ ਜਗਤ ਗੁਰੂ ਕਿਹਾ ਜਾਂਦਾ ਹੈ।
ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਗੁਰਬਾਣੀ ਦੇ ਵਿੱਚ ਫੇਰ ਬੇਨਤੀ ਕਰਾਂ ਵੀ ਹਰੇਕ ਪ੍ਰਸ਼ਨ ਦਾ ਜਵਾਬ ਹੈ ਰੂਹਾਨੀਅਤ ਦੇ। ਅੱਜ ਜਿਹੜੀ ਗੱਲੋਂ ਧਾਰਮਿਕ ਬੰਦੇ ਲੁੱਟੇ ਜਾ ਰਹੇ ਨੇ, ਆਪਣੇ ਤਨ ਮਨ ਧਨ ਦਾ ਸ਼ੋਸ਼ਣ ਕਰਾ ਰਹੇ ਨੇ, ਅੱਜ ਉਹਦਾ ਵੀ ਜਵਾਬ ਮਹਾਰਾਜ ਦੇਣਗੇ ਵੀ ਭਗਤ ਕੌਣ ਹੁੰਦਾ ਹੈ, ਸੰਤ ਕੌਣ ਹੁੰਦਾ ਹੈ, ਰੱਬ ਦਾ ਪਿਆਰਾ ਕੌਣ ਹੁੰਦਾ ਹੈ। ਹਰ ਬੰਦਾ ਅੱਜ ਕੱਲ੍ਹ ਪਖੰਡ ਦੇ ਅਧੀਨ ਦਾਅਵਾ ਕਰਦਾ ਹੈ ਕਿ ਮੈਂ ਰੱਬ ਦੇ ਨੇੜੇ ਆ, ਮੈਂ ਪਰਮੇਸ਼ਰ ਦਾ ਪਿਆਰਾ ਵਾਂ, ਪਰ ਕਿਸੇ ਦੇ ਅੰਦਰ ਕੀ ਹੈ ਇਹ ਸਾਨੂੰ ਕੁਝ ਨਹੀਂ ਪਤਾ। ਹਰੇਕ ਦੀ ਰਹਿਤ ਆਪੋ ਆਪਣੀ ਹੈ, ਬਾਹਰ ਤੋਂ ਸਾਨੂੰ ਕੁਝ ਨਾ ਕੁਝ ਦਿਖਦਾ ਹੈ। ਧੰਨ ਗੁਰੂ ਰਾਮਦਾਸ ਸਾਹਿਬ ਅੱਜ ਆਪਣੀ ਬਾਣੀ ਦੇ ਵਿੱਚ ਉਪਦੇਸ਼ ਦੇ ਰਹੇ ਨੇ ਕਿ ਭਗਤ ਕੌਣ ਹੈ, ਸੰਤ ਕੌਣ ਹੈ, ਪਰਮੇਸ਼ਰ ਦੇ ਪਿਆਰੇ ਕੌਣ ਨੇ। ਗੁਰਬਾਣੀ ਕਸਵੱਟੀ ਹੈ ਤੇ ਇਹਦੇ ਨਾਲ ਅਸੀਂ ਦੇਖ ਸਕਦੇ ਹਾਂ ਕਿ ਕਿੱਦਾਂ ਦਾ ਜੀਵਨ ਹੈ। ਸਤਿਗੁਰੂ ਕਿਰਪਾ ਕਰਦੇ ਹੋਏ ਫਰਮਾਉਂਦੇ ਨੇ, ਆਓ ਬੜੇ ਪ੍ਰੇਮ ਦੇ ਨਾਲ ਸ਼ਰਵਣ ਕਰਨ ਦਾ ਯਤਨ ਕਰੀਏ। ਸਤਿਗੁਰੂ ਜੀ ਫਰਮਾ ਰਹੇ ਹਨ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੈਰਾੜੀ ਮਹੱਲਾ ਚੌਥਾ। ਹਰ ਜਨ ਰਾਮ ਨਾਮ ਗੁਣ ਗਾਵੇ। ਜਿਹੜੇ ਹਰੀ ਦੇ ਪਿਆਰੇ ਨੇ ਇਹ ਵਾਹਿਗੁਰੂ ਦੇ ਗੁਣ ਗਾਉਂਦੇ ਨੇ ਤੇ ਸਤਿਗੁਰੂ ਨੇ ਗੁਣ ਗਾਉਣ ਦੀ ਬੜੀ ਵੱਡੀ ਮਹਿਮਾ ਕਥਨ ਕੀਤੀ ਹੈ। ਜਿਹੜਾ ਹਉਮੈ ਦਾ ਰੋਗ ਕਿਸੇ ਯਤਨ ਦੁਆਰਾ ਵੀ ਖਤਮ ਨਹੀਂ ਹੁੰਦਾ, ਉਹ ਵਾਹਿਗੁਰੂ ਦੇ ਗੁਣ ਗਾਇਆ ਖਤਮ ਹੁੰਦਾ ਹੈ। ਗੁਣ ਗਾਵਤ ਤੇਰੀ ਉਤਰਸ ਮੈਲ, ਬਿਨ ਸਜਾਏ ਹਉਮੈ ਬਿਖ ਫੈਲ। ਧੰਨ ਗੁਰੂ ਅਮਰਦਾਸ ਸਾਹਿਬ ਜੀ ਨੂੰ ਸਵਾਲ ਕੀਤਾ ਕਿ ਸਤਿਗੁਰੂ ਜੀ ਹਿਰਦੇ ਵਿੱਚ ਨਾਮ ਨਹੀਂ ਵਸਦਾ। ਸਤਿਗੁਰੂ ਜੀ ਕਹਿਣ ਲੱਗੇ, ਵਾਹਿਗੁਰੂ ਦੀ ਸਿਫਤ ਕਰੀ ਚੱਲੋ, ਕਰੀ ਚੱਲੋ, ਕਰੀ ਚੱਲੋ, ਇੱਕ ਦਿਨ ਸਮਾਂ ਆਵੇਗਾ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਵਾਹਿਗੁਰੂ ਦੇ ਨਾਮ ਨੂੰ ਹਿਰਦੇ 'ਚ ਵਸਾ ਦੇ। ਵਾਹਿਗੁਰੂ ਜੀ ਦੇ ਗੁਣਾਂ ਦੇ ਵਿੱਚ ਬੜੀ ਵੱਡੀ ਮਹਿਮਾ ਹੈ, ਤਾਕਤ ਹੈ। ਵਾਹਿਗੁਰੂ ਦੇ ਪਿਆਰੇ ਸੰਤ ਜਨ, ਗੁਰਸਿੱਖ, ਭਗਤ ਜਨ, ਉਹ ਸਿਰਫ ਤੇ ਸਿਰਫ ਆਪਣੀ ਜਿੰਨੀ ਊਰਜਾ ਹੈ, ਧਿਆਨ ਹੈ, ਸ਼ਕਤੀ ਹੈ, ਉਹ ਵਾਹਿਗੁਰੂ ਦੇ ਗੁਣ ਗਾਉਣ ਦੇ ਵਿੱਚ ਹੀ ਲਾਉਂਦੇ ਹਨ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਹੁਣ ਦੋ ਸ਼ਕਤੀਆਂ ਮੰਨੀਆਂ ਨੇ, ਇੱਕ ਭਗਵਾਨ ਹੈ ਤੇ ਇੱਕ ਸ਼ੈਤਾਨ ਹੈ। ਹੁਣ ਚੰਗੇ ਰਸਤੇ ਤੇ ਚੱਲਣ ਵਾਲੇ ਨੂੰ ਜਿਹੜਾ ਸ਼ੈਤਾਨ ਹੈ, ਕਲਯੁਗ ਹੈ, ਉਹ ਤੋੜਨ ਦਾ ਯਤਨ ਕਰਦਾ ਹੈ। ਜਿਵੇਂ ਸ੍ਰੀ ਰਾਗ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਕੋਲ ਕਲਯੁਗ ਆਉਂਦਾ ਹੈ, ਉਹਨਾਂ ਨੂੰ ਕਹਿੰਦਾ ਹੈ ਮੋਤੀਆਂ ਦੇ ਬਣੇ ਮੰਦਰ ਲੈ ਲਓ, ਮੋਹਣੀ ਮੁਖ ਮਣੀ ਸੋਹੇ ਪ੍ਰਵਾਨ ਕਰ ਲਓ, ਰਾਜ ਭਾਗ ਪ੍ਰਵਾਨ ਕਰ ਲਓ, ਰਿੱਧੀਆਂ ਸਿੱਧੀਆਂ ਗੁਪਤ ਪ੍ਰਗਟ ਹੋਏ ਬੈਸਾਂ ਇਹ ਪ੍ਰਵਾਨ ਕਰ ਲਓ। ਇਸੇ ਤਰ੍ਹਾਂ ਸ਼ੈਤਾਨ ਦਾ ਕਲਯੁਗ ਦਾ ਵਾਰ ਇਹ ਵੀ ਹੈ ਕਿ ਜਦੋਂ ਭਗਤ ਲਾਲਚ ਦੇ ਵਿੱਚ ਨਹੀਂ ਆਉਂਦਾ ਤਾਂ ਫਿਰ ਉਹਦੀ ਨਿੰਦਿਆ ਕੀਤੀ ਜਾਂਦੀ। ਕਲਯੁਗ ਦਾ ਸੁਭਾਅ ਕੀ ਹੈ, ਰਾਤੇ ਕੀ ਨਿੰਦਾ ਕਰੇ ਐਸਾ ਕਲ ਮੈਂ ਡੀਠਾ। ਇਸ ਸਮੇਂ ਵਿੱਚ ਨਾਮ ਜਪਣ ਵਾਲੇ ਦੀ ਨਿੰਦਿਆ ਹੋਵੇਗੀ, ਪੂਰਿਆਂ ਨੂੰ ਅਧੂਰੇ ਕਿਹਾ ਜਾਵੇਗਾ ਤੇ ਅਧੂਰੇ ਪੂਰੇ ਬਣ ਬਣ ਕੇ ਬਹਿਣਗੇ। ਹੁਣ ਜਿਹੜੀ ਨਿੰਦਿਆ ਹੈ ਇਹ ਬੰਦੇ ਨੂੰ ਕਈ ਵਾਰੀ ਚੰਗੇ ਰਾਹ ਤੋਂ ਤੋੜ ਦਿੰਦੀ ਹੈ। ਵੀ ਜੇ ਕਿਸੇ ਦੇ ਮਨ ਦੇ ਵਿੱਚ ਆਵੇ ਵੀ ਮੈਂ ਤਾਂ ਹੁਣ ਗੁਰਦੁਆਰੇ ਜਾਣਾ ਵਾਂ, ਸੇਵਾ ਕਰਦਾ, ਲੋਕ ਫਿਰ ਮੇਰੀ ਨਿੰਦਿਆ ਕਰੀ ਜਾਂਦੇ। ਕਈ ਵਾਰੀ ਬੰਦਾ ਦੁਖੀ ਹੋ ਕੇ ਰੱਬ ਦਾ ਰਾਹ ਛੱਡ ਦਿੰਦਾ ਹੈ। ਤਾਂ ਇਹ ਜਿਹੜੀ ਨਿੰਦਿਆ ਵਾ ਇਹ ਵੀ ਇੱਕ ਪਰਖ ਹੀ ਹੈ ਪਰਮੇਸ਼ਰ ਵੱਲੋਂ
ਕਿ ਇਹ ਲੋਕਾਂ ਦੇ ਪ੍ਰਭਾਵ ਦੇ ਵਿੱਚ ਆ ਕੇ ਕਿਤੇ ਮੈਨੂੰ ਛੱਡਦਾ ਤਾਂ ਨਹੀਂ। ਜਿਹੜੀ ਵਡਿਆਈ ਆ ਨਾ, ਇਹ ਵੀ ਇੱਕ ਪਰਖ ਹੀ ਹੈ ਰੱਬ ਵੱਲੋਂ, ਕਿ ਵਡਿਆਈ ਦੇ ਵਿੱਚ ਕਿਤੇ ਆਪ ਤਾਂ ਨਹੀਂ ਰੱਬ ਬਣ ਕੇ ਬਹਿ ਜਾਂਦਾ। ਦੋਵੇਂ ਹੀ ਪਰਖਾਂ ਨੇ, ਨਿੰਦਿਆ ਵੀ ਪਰਖ ਹੈ, ਸੁੱਖ ਵੀ, ਵਡਿਆਈ ਵੀ ਪਰਖ ਹੈ। ਤਾਂ ਜੇ ਕੋਈ ਨਿੰਦਿਆ ਵੀ ਕਰੇ ਉਹਨਾਂ ਪ੍ਰਭੂ ਦੇ ਪਿਆਰਿਆਂ ਦੀ, ਤਾਂ ਉਹ ਆਪਣਾ ਗੁਣ ਮੈਨੇ ਸੁਭਾਅ ਨਹੀਂ ਤਿਆਗਦੇ ਨੇ, ਆਪਣੀ ਬਿਰਤੀ, ਆਪਣੇ ਸ਼ੁਭ ਗੁਣ ਨਹੀਂ ਤਿਆਗਦੇ ਨੇ। ਇੱਥੇ ਬੜਾ ਸੁੰਦਰ ਕਬੀਰ ਸਾਹਿਬ ਦਾ ਪ੍ਰਵਾਨ ਢੁਕੇਗਾ, ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ। ਇੱਕ ਵਾਰੀ ਗੱਲ ਚੱਲੀ, ਮਹਿਤੇ ਸਾਰੇ ਬੈਠੇ ਸੀ ਸੰਤਾਂ ਕੋਲੇ, ਸਭ ਤੋਂ ਸੌਖੇ ਪਾਪ ਕਿਹੜੀ ਚੀਜ਼ ਕੱਟਦੀ ਹੈ? ਹੁਣ ਜਿੰਨੇ ਗਿਆਨੀ ਸਿੰਘ ਸੀ ਉਹਨਾਂ ਨੇ ਝੱਟ ਸ਼ਬਦ ਪੜ੍ਹਤਾ, ਘੋਰ ਦੁਖਿਅੰਗ ਅਨਕ ਹਤਿਅੰਗ ਜਨਮ ਦਾਰਿਦਰੰਗ ਮਹਾ ਵਿਖਿਆਦੰਗ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਜਿਵੇਂ ਲੱਕੜਾਂ ਅੱਗ ਦੁਆਰਾ ਭਸਮ ਹੁੰਦੀਆਂ ਨੇ, ਰੱਬ ਦੇ ਨਾਮ ਦੀ ਚਿੰਗਾਰੀ ਢੇਰਾਂ ਦੇ ਢੇਰ ਪਾਪ ਖਤਮ ਕਰ ਦਿੰਦੀ ਹੈ, ਨਾਸ ਕਰ ਦਿੰਦੀ। ਜਿਵੇਂ ਛੋਟੀ ਜੀ ਚਿੰਗਾਰੀ ਢੇਰਾਂ ਦੇ ਢੇਰ ਲੱਕੜਾਂ ਦੇ ਨਾਸ ਕਰ ਦਿੰਦੀ ਹੈ। ਸੰਤਾਂ ਨੇ ਬੜਾ ਸੋਹਣਾ ਜਵਾਬ ਦਿੱਤਾ, ਕਹਿੰਦੇ ਬਿਲਕੁਲ ਠੀਕ, ਪਰ ਇੱਕ ਚੀਜ਼ ਹੋਰ ਵੀ ਹੈਗੀ ਹੈ ਜਿਹੜੀ ਇਹ ਤੋਂ ਵੀ ਸੌਖੇ ਨਾਸ ਕਰਦੀ। ਉਹ ਕੀ? ਨਿੰਦਿਆ। ਜਿੰਨੀ ਛੇਤੀ ਬੰਦੇ ਨੂੰ ਨਿੰਦਿਆ ਤਾਰਦੀ ਹੈ, ਇੰਨੀ ਛੇਤੀ ਹੋਰ ਕੋਈ ਸ਼ੁਭ ਗੁਣ ਨਹੀਂ ਤਾਰਦਾ। ਇਸ ਕਰਕੇ ਮਹਾਤਮਾ ਤੇ ਨਿੰਦਿਆ ਕਰਨ ਵਾਲੇ ਨੂੰ ਨਾ ਘਿਓ ਵੀ ਭੇਜ ਦਿੰਦੇ ਵੀ ਖਾਇਆ ਕਰ, ਇੰਨਾ ਧਿਆਨ ਰੱਖਦਾ ਮੇਰਾ ਕਿਤੇ ਦਿਮਾਗ ਖੁਸ਼ਕ ਨਾ ਹੋ ਜੇ। ਇੱਕ ਮਹਾਤਮਾ ਹੋਏ ਨਾ, ਲੰਗਰ ਦੇ ਵਿੱਚ ਬੈਠਾ ਕੋਈ ਸੱਜਣ ਉਹਨਾਂ ਦੀ ਨਿੰਦਿਆ ਕਰੀ ਜਾਵੇ ਵੀ ਦਾਲ ਕਿਤੇ ਤੁਰੀ ਫਿਰਦੀ ਆ, ਪਾਣੀ ਕਿਤੇ ਤੁਰਿਆ ਫਿਰਦਾ, ਇਹ ਆਪ ਚੰਗਾ ਚੰਗਾ ਖਾਂਦੇ ਆ, ਚੰਗਾ ਚੰਗਾ ਪਾਉਂਦੇ ਆ, ਲੰਗਰ ਦੇ ਹਾਲਾਤ ਇਦਾਂ ਦੇ। ਉਹ ਜਿਉਂ ਲੱਗਾ ਲੰਗਰ ਦੇ ਵਿੱਚ ਬੈਠਾ ਸੰਤਾਂ ਦੀ ਨਿੰਦਿਆ ਕਰਨ, ਸੰਤ ਆਪਣੇ ਸੇਵਕਾਂ ਨੂੰ ਕਹਿਣ ਲੱਗੇ ਵੀ ਕੋਈ ਬੰਦਾ ਨਾ ਸੱਜਣ ਮੇਰੇ ਪਿਆਰ ਆਲਾ ਨਾ ਮੇਰੇ ਕੱਪੜੇ ਧੋਂਦਾ ਪਿਆ। ਹੁਣ ਜਾਣੀ ਜਾਣ ਸੀ ਮਹਾਤਮਾ, ਤੇ ਕੱਪੜੇ ਧੋਂਦਾ ਵੀ ਉੱਥੇ ਪਿਆ ਵਾ ਜਿੱਥੇ ਲੋਕ ਪ੍ਰਸ਼ਾਦਾ ਛਕਦੇ ਨੇ, ਨਹੀਂ ਤੇ ਵਾਸ਼ਰੂਮ 'ਚ ਚਲਿਆ ਜਾਵੇ, ਪਾਣੀ ਦੇ ਕੰਢੇ ਤੇ ਚਲਿਆ ਜਾਵੇ, ਉਹ ਲੰਗਰ 'ਚ ਬੈਠਾ ਮੇਰੇ ਕੱਪੜੇ ਧੋਈ ਜਾਂਦਾ। ਐਂ ਕਰੋ, ਉਹਦਾ ਜ਼ੋਰ ਬਹੁਤ ਲੱਗਦਾ ਵਾ ਤੇ ਉਹਨੂੰ ਕਿਲੋ ਘਿਓ ਦੇ ਕੇ ਆਓ ਮੇਰੀ ਵੱਲੋਂ। ਉਹ ਸੇਵਾਦਾਰ ਗਏ, ਜਾਂ ਵੇਖਿਆ ਉਹ ਸੰਤਾਂ ਨੂੰ ਗਾਲਾਂ ਕੱਢਦਾ ਪਿਆ। ਉਹ ਹੱਸ ਕੇ ਮੁੜ ਕੇ ਆਣ ਕੇ ਕਹਿੰਦੇ ਬਾਬਾ ਜੀ ਉਹ ਕੱਪੜੇ ਨਹੀਂ ਧੋਂਦਾ, ਉਹ ਤੇ ਤੁਹਾਡੀ ਬਹੁਤ ਬਦਨਾਮੀ ਕਰਦਾ ਪਿਆ, ਉਹ ਤੇ ਨਿੰਦਿਆ ਕਰਦਾ ਪਿਆ। ਸੰਤ ਕਹਿੰਦੇ ਨਹੀਂ ਭਾਈ, ਉਹ ਤੇ ਮੇਰੇ ਕੱਪੜੇ ਧੋਂਦਾ, ਹਮਰੇ ਕੱਪੜੇ, ਇਹਨੂੰ ਕਿਲੋ ਘਿਓ ਦੇ ਕੇ ਆ। ਇੰਨਾ ਧਿਆਨ ਰੱਖਦਾ ਵੀ ਅੱਜ ਦਾਲ ਕਿੱਦਾਂ ਦੀ ਬਣੀ ਸੀ, ਪਰਸੋਂ ਕਿੱਦਾਂ ਦੀ ਬਣੀ ਸੀ, ਅੱਜ ਤੜਕਾ ਲੱਗਾ ਸੀ ਤੇ ਪਰਸੋਂ ਨਹੀਂ ਲੱਗਾ ਸੀ। ਮਿੰਟ ਮਿੰਟ ਦਾ ਧਿਆਨ ਰੱਖਦੇ ਨੇ, ਸਕਿੰਟ ਸਕਿੰਟ ਦਾ ਇਹ ਧਿਆਨ ਰੱਖਦੇ ਨੇ। ਤਾਂ ਨਿੰਦਾ ਕਰਨ ਵਾਲੇ ਨੂੰ ਲੋਕ ਜੋ ਮਰਜ਼ੀ ਕਹਿਣ, ਪਰ ਸੰਤਾਂ ਨੂੰ ਇਹਨਾਂ ਨਾਲ ਬੜਾ ਪ੍ਰੇਮ ਹੈ। ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ, ਜਦੋਂ ਉਹਨਾਂ ਦੀ ਚੜ੍ਹਾਈ ਹੋਈ ਤੇ ਕਈ ਸੱਜਣ ਉਹਨਾਂ ਨਾਲ ਚੜ੍ਹਾਈ ਤੋਂ ਹੀ ਨਫ਼ਰਤ ਕਰਨ ਲੱਗ ਪਏ। ਉਹਨਾਂ ਨੇ ਕਾਫੀ ਉਹਨਾਂ ਤੇ ਦੋਸ਼ ਲਾਏ, ਦੂਸ਼ਣ ਲਾਏ ਕਿ ਕਿਸੇ ਤਰ੍ਹਾਂ ਸੰਗਤ ਇਹਨਾਂ ਦੇ ਨਾਲੋਂ ਟੁੱਟੇ। ਸੰਤਾਂ ਦਾ ਤੇਜ ਪ੍ਰਤਾਪ ਬੜਾ ਸੀ, ਇਸ਼ਾਰਾ ਕਰਨ ਦੀ ਲੋੜ ਸੀ, ਉਹ ਲੱਭਣਾ ਵੀ ਨਹੀਂ ਸੀ ਜਿਹੜਾ ਕਰਦਾ ਸੀ। ਪਰ ਮਹਾਤਮਾ ਦੇ ਦਿਲ ਬੜੇ ਵੱਡੇ ਹੁੰਦੇ ਨੇ। ਸਿੰਘਾਂ ਨੇ ਸੰਤਾਂ ਨੂੰ ਬੇਨਤੀ ਕੀਤੀ, ਮਹਾਂਪੁਰਖੋ ਜੇ ਹੁਕਮ ਹੋਵੇ ਤੇ ਚਾੜ ਦਈਏ ਫਿਰ ਗੱਡੀ, ਪੜ੍ਹ ਦਈਏ ਕੀਰਤਨ ਸੋਹਲਾ। ਫਿਰ ਸੰਤ ਹੱਸ ਪਏ। ਸੰਤ ਕਹਿਣ ਲੱਗੇ ਵੀ ਘਰ ਦੇ ਵਿੱਚ ਕੋਈ ਕੰਮ ਵਾਲਾ ਰੱਖਿਆ? ਕਹਿੰਦੇ ਜੀ ਰੱਖਿਆ। ਕਹਿੰਦੇ ਫਿਰ ਕੀ ਤਨਖਾਹ ਦਿੰਦੇ ਹੋ? ਕਹਿੰਦੇ ਜੀ ਛਮਾਈ ਦਾਣੇ ਕੀਤੇ ਨੇ, ਪਿੰਡਾਂ ਚੱਲਦਾ ਨਾ ਦਾਣੇ ਦੇਣੇ, ਛਮਾਈ ਦਾਣੇ ਕੀਤੇ ਨੇ, ਆਟਾ ਦੇਈਦਾ ਹੈ,
होर कपड़ा लीड़ा दईदा है ते कुछ पैसे बंधे ने। संत कहते जे तेरे घर कोई मुफ्त काम करे फिर तू दुखी होवेगा कि खुश होवेगा? कहता जी होर की चाहिए है, मैं तो खुश होऊंगा भी मेरे तो लेंदा भी कुछ नहीं है, तो सेवा भी पूरी करता है, झाड़ू भी फेरता है, पोचा भी लाउंदा है, कपड़े भी धोंदा, सब कुछ करता। संत कहते फिर जेड़ा मेरी निंदिया करदा मैं उन्होंने किदां मरवा दा? वो तो मुफ्त दे विच ओ मेरे तो लैंदा ही कुछ नहीं आ, फिर भी सब कुछ करी जांदा मेरा। ये गुरबाणी कहती है भी निंदा जिहड़ी है ये रब दे प्यारे नूं बड़ी चंगी लगदी है। ते एक गल चेते रखनी चाहिए है, दुनिया किसे पासे भी नहीं राजी हुंदी। इस निंदिया तो ते गुरु नानक देव साहब नहीं बच सके ते आपां किदां बचांगे? कोई आखे भूतना, कोई कहे बेताला। गुरु नानक देव साहब इस निंदिया तो ते गुरु अर्जन देव साहब महाराज नहीं बच सके। बाबा प्रिथी चंद की कहता है, गुरु अर्जन देव साहब ने तरन तारन दे विच छप्पड़ बनाया। तरन तारन सरोवर नूं छप्पड़ दसदा है ते आप दे सरोवर नूं मान सरोवर दसदा है। इस निंदिया तो ते गुरु गोबिंद सिंह महाराज नूं नहीं बख्शिया गया। मरेला गुरु कहंदे सी, लोग कह दिंदे सी भी चारे पुत मरवा के तुरया फिरदा हुण कदी किते कदी किते। निंदा ते अवतारी पुरुष नहीं बच सके ते बंदा की बचूगा? ये दुनिया किसे पासे राजी नहीं हुंदी। जिवें कोई सज्जण सी ना, उन्होंने कहा गया भी किदां बई, उन्हें अग्यों कहता बड़ी किरपा। हुण सुणन वाले नूं नहीं चंगी लगी, कहंदा सारी तेरे तो ही आ किरपा, होर किसे तो नहीं हैगी। दसो की करू बंदा? जे हुण अग्यों कह दईए भी चढ़दी कला ते अगले नूं नहीं चंगी लगी, कहंदा सारी चढ़दी कला तू ही चुकी फिरदा। ते एक सज्जण दूजा उन्हें दवा दव कहता जी बहुत दुखी हाँ, कहंदा सारा दुख तैनूं ही पै गया होना ना, होर ते किसे नूं आया ही नहीं होना कदी। बंदा जावे किहड़े पासे? तां साधु लोग अपना सुभाਅ नहीं छड्डदे, अपना गुण जिहड़ा है वो नहीं गवाउंदे, क्योंकि ये जिहड़ी निंदिया है ये भी एक परख ही है उस परमेश्वर दी, वाहिगुरू दी। रब दे प्यारे इधर अपना ध्यान डाइवर्ट नहीं होण दिंदे। इस करके महाराज कहते ने कि जे कोई निंद करे हर जन की, अपना गुण ना गवावे, वो अपना सुभाਅ नहीं छड्डदे। एक बड़े प्यारे महात्मा होए संत माधो दास, परमहंस बिरती दे विच विचरदे हुंदे सी। हुण परमहंस बिरती बारे कबीर साहब ने जिक्र किया है, कबीर भली मधुकरी नाना बिद को नाज, दावा काहू स्यो नहीं बड़ा देश बड़ राज। इदां प्रशादा लैण सवेरे जाना, किसी ने कुछ देना किसी ने कुछ देना, ते एक माई बड़े औंतरे सुभाਅ दी उन्हें अग्यों गालां देणी। ते संत ने भी जान के उहदे कोले रोज जाना। संत सी ना, वो आपदा सुभाਅ ना छड्डे, आपदा ना छड्डे। वो किसी ने आख्या महापुरुषो तुसीं उत्थे जांदे क्यों? कहते जो माई दिंदी बाकी तो दिंदे कोई नहीं। कहते जी की? कहते कोई रोटी दिंदा है, कोई कुछ दिंदा, वो तो मैनूं गालां दिंदी है, होर कोई दिंदा ही नहीं। आखो सतनाम। हुण सारी दिहाड़ी बंदा मिठा खाई जावे तो किन्ना खाऊगा? कोई कहंदा महाराज जी, कोई कहंदा संत जी, कोई कहंदा रब दे प्यारे। कहंदे एक ही ते सारे पिंड चों लभी है जिहड़ी गालां दिंदी है। सुभाਅ है। चलो एक दिन उस महात्मा फिर अपने सुभाਅ मुताबक गया। वो किते पोचा लाउंदी सी, गुरु घर च भी साखी आउंदी ना, वो पोचा लाउंदी सी। उन्हें चलो बुड़ बुड़ करना शुरू किया भी हट्टा कट्टा हैगा वा, किड्डियां इहदियां मोटियां लत्तां वा, किड्डियां इहदियां बाहां वा, इहदे हत्थां नूं कोड़ होया वा, काम नहीं हुंदा, आ जांदा सवेरे सवेरे। उन्हें वट के पोचा मारिया, संत दी छाती ते वज्जा। हुण पोचा तुहानूं पता गंदगी दा भरिया।
ਸੰਤ ਲੈ ਕੇ ਤੁਰ ਗਿਆ, ਕਹਿੰਦਾ ਫਿਰ ਦੇਣ ਗਝਾ ਹੀ ਲਿਆ ਨਾ, ਭਾਵੇਂ ਪੋਚਾ ਹੀ ਦਿੱਤਾ, ਅੱਜ ਪੋਚਾ ਦਿੱਤਾ ਕੱਲ ਨੂੰ ਹੋਰ ਕੋ ਦਊਗੀ। ਹੋਇਆ ਕੀ ਫਿਰ, ਚਲੋ ਉਹਨਾਂ ਨੇ ਉਹ ਪੋਚਾ ਰੱਬ ਦੇ ਘਰ ਪਹੁੰਚਾਇਆ, ਸਾਫ਼ ਕੀਤਾ, ਧੋਤਾ, ਉਹਨੂੰ ਜੋਤਾਂ ਦੀਆਂ ਬੱਟੀਆਂ 'ਚ ਵਰਤ ਕੇ ਜਗਾਇਆ, ਭਲਾ ਕੀਤਾ। ਉਹ ਮਾਈ ਦੇ ਘਰ ਪੋਤਾ ਨਹੀਂ ਸੀ, ਤੇ ਜਿੱਧਰ ਉਹ ਸੰਤ ਰਹਿੰਦੇ ਸੀ ਨਾ ਉਧਰ ਪੋਤੇ ਨੂੰ ਪੋਚਾ ਕਹਿੰਦੇ, ਪੋਤੇ ਨੂੰ ਪੋਚਾ। ਹੁਣ ਜਦੋਂ ਉਸ ਮਾਈ ਨੇ ਪੋਚਾ ਮਾਰਿਆ, ਉਹਨਾਂ ਦੀ ਭਾਸ਼ਾ 'ਚ ਪੋਤਾ ਮਾਰਿਆ, ਤੇ ਉਹ ਸੰਤ ਅੱਗੇ ਬੋਲਿਆ ਵੀ ਸੰਤ ਮਾਧੋ ਦਾਸ ਜਵਾਬ इसी का देगा, अगर पोता दिया है तूने तो पोता ही तुझे मिलेगा। ਉਹਦੇ ਘਰ ਫਿਰ ਪੋਤਰਾ ਹੋਇਆ, ਤੇ ਉਹ ਜਦੋਂ ਬਹਿਣਾ ਨਾ, ਉਹਨੇ ਸਹੇਲੀਆਂ 'ਚ ਸਖੀਆਂ 'ਚ ਸਿਆਣੀਆਂ ਮਾਈਆਂ ਬਹਿੰਦੀਆਂ ਨੇ, ਫਿਰ ਉਹਨੇ ਗੱਲਾਂ ਕਰਨੀਆਂ ਕਿ ਮੈਂ ਇੱਕ ਸਾਧ ਦੇ ਪੋਚਾ ਮਾਰਿਆ ਸੀ, ਜਿਹਦੇ ਬਦਲੇ ਮੈਨੂੰ ਫਿਰ ਵੀ ਪੋਤਾ ਦਿੱਤਾ। ਸੁਭਾਅ ਹੈ ਮਹਾਤਮਾ ਦਾ, ਬੜਾ ਸੋਹਣਾ ਲਿਖਿਆ ਕਿਸੇ ਕਵੀ ਨੇ। ਉਹ ਲਿਖਦੇ ਨੇ, ਪੋਤਾ ਦਿਓ ਨਾ ਪ੍ਰੇਮ ਸੋ ਰਿਸ਼ਵਤ ਦੀਨੋ ਮਾਰ, ਐਸੇ ਪੁੰਨਿਅਨ ਸੋ ਸਖੀ ਮੇਰੇ पोता खेलत द्वार। ऐसे संत को देती अगर प्रेम प्रसाद, तो मेरे ग्रह उपजदे जैसे ध्रुव प्रहलाद। जे किते यही प्रेम नाल सेवा कीती हुंदी ते पोता ते जम्मिया, पर पोता इहो जिहा जम्मदा जे ध्रुव वर्गा जम्मदा, प्रहलाद वर्गा जम्मदा। ये सुभाਅ है महात्मा दा कि ਉਹ ਆਪਣਾ ਸੁਭਾਅ ਨਹੀਂ ਛੱਡਦੇ, ਸੰਸਾਰ ਆਪਣਾ ਸੁਭਾਅ ਨਹੀਂ ਛੱਡਦਾ। ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ, ਹਰਿ ਆਪੇ ਕਾਰ ਕਮਾਵੇ। ਭਗਤਾਂ ਦੀ ਨਿਗਾਹ ਦੇ ਵਿੱਚ ਹਰ ਕੰਮ ਪਰਮੇਸ਼ਰ ਆਪ ਹੀ ਕਰਦਾ ਪਿਆ, ਹਰ ਜਗ੍ਹਾ ਤੇ ਉਹ ਆਪ ਹੀ ਬੈਠਾ ਹੈ। ਵਾਹਿਗੁਰੂ ਤੋਂ ਬਿਨਾਂ ਉਹਨਾਂ ਨੂੰ ਕੋਈ ਦਿਖਦਾ ਹੀ ਨਹੀਂ। ਜਿਵੇਂ ਗੁਰਬਾਣੀ ਕਹਿੰਦੀ ਆ ਨਾ ਵੀ ਦੈਤ ਵੀ ਰੱਬ ਨੇ ਆਪ ਹੀ ਲਾਏ ਨੇ ਸੰਤ ਜਨਾਂ ਨੂੰ, ਤੇ ਦੂਰ ਵੀ ਆਪ ਹੀ ਕਰਦਾ ਹੈ। ਤਾਂ ਸੰਤ ਦੀ ਨਿਗਾਹ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਆਪ ਹੀ ਕਿਰਪਾ ਕਰਕੇ ਇਹਨਾਂ ਨਿੰਦਿਆ ਕਰਨ ਵਾਲਿਆਂ ਨੂੰ ਸ਼ੁਭ ਮੱਤ ਦਵੇ ਤੇ ਆਵੇਗੀ। ਉਹ ਮਾਲਕ ਪਰਮੇਸ਼ਰ ਜੇ ਆਪ ਕਿਰਪਾ ਕਰੇ, ਆਪ ਹੀ ਉਹ ਇਹਨਾਂ ਤੋਂ ਐਸੇ ਬੋਲ ਬੁਲਾਉਂਦਾ ਹੈ, ਆਪ ਹੀ ਇਹਨਾਂ ਦੇ ਅੰਦਰ ਬੈਠਾ ਬੋਲਦਾ ਪਿਆ ਹੈ, ਤੇ ਆਪਣੇ ਪਿਆਰਿਆਂ ਦੀ ਪਰਖ ਕਰਦਾ ਹੈ। ਹਰਿ ਆਪੇ ਹੀ ਮਤ ਦੇਵੈ ਸੁਆਮੀ, ਹਰਿ ਆਪੇ ਬੋਲ ਬੁਲਾਵੇ। ਪਰਮਾਤਮਾ ਹੀ ਸਭ ਕੁਝ ਕਰਦਾ ਹੈ, ਉਹਨਾਂ ਦੀ ਨਿਗਾਹ 'ਚ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਵੀ ਨਹੀਂ ਹੈ। ਜਿਵੇਂ ਗੁਰਬਾਣੀ ਵਿੱਚ ਸੱਚੇ ਪਾਤਸ਼ਾਹ ਕਹਿੰਦੇ, ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਤਾਂ ਧੰਨ ਗੁਰੂ ਰਾਮਦਾਸ ਸਾਹਿਬ ਫਰਮਾਉਂਦੇ ਹਨ, ਹਰਿ ਆਪੇ ਪੰਚ ਤਤ ਬਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੈ। ਵਾਹਿਗੁਰੂ ਪਰਮੇਸ਼ਰ ਜੀ ਨੇ ਆਪ ਹੀ ਇਹ ਪੰਜਾਂ ਤੱਤਾਂ ਦਾ ਵਿਸਥਾਰ, ਇਹ ਸਾਰਾ ਸੰਸਾਰ ਬਣਾਇਆ ਹੈ। ਤੇ ਪੰਜਾਂ ਤੱਤਾਂ ਦੇ ਦੋ ਸੁਭਾਅ ਨੇ, ਇੱਕ ਤੇ ਹੈ ਦੈਵੀ ਸੁਭਾਅ ਤੇ ਦੂਸਰਾ ਹੈ ਮਾਇਕੀ ਸੁਭਾਅ। ਹੁਣ ਪੰਜਾਂ ਤੱਤਾਂ ਤੋਂ ਦੋ ਤਰ੍ਹਾਂ ਦੀ ਸਿੱਖਿਆ ਹੈ। ਭਗਤ ਜਨ ਸੰਤ ਜਨ ਸੇਵਾ ਸਤਸੰਗ ਸਿਮਰਨ ਕਰਕੇ ਸ਼ੁਭ ਸਿੱਖਿਆ ਪੰਜਾਂ ਤੱਤਾਂ ਦੀ ਗ੍ਰਹਿਣ ਕਰਦੇ ਨੇ, ਉਹਨਾਂ 'ਚ ਸ਼ੁਭ ਅੰਸ਼ ਹੈ, ਤੇ ਸੰਸਾਰੀ ਲੋਕਾਂ 'ਚ ਮਾੜੀ ਅੰਸ਼ ਪੰਜਾਂ ਤੱਤਾਂ ਦੀ ਚੱਲਦੀ ਹੈ। ਜਿਵੇਂ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮਹਿ, ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ। ब्रह्म ज्ञानी के दृष्ट समान जैसे राज रंग को लागे तुल पवान, ब्रह्म ज्ञानी के धीरज एक ज्यों बसुदा कोई खोदे कोई चंदन ले। ब्रह्म ज्ञानी का यह गनाओ नानक ज्यों पावक का सहज सुभाव। पंजा तत्तां तो ब्रह्म ज्ञानी ने यह सुभाव ग्रहण किया है। हुण दूसरे पासे माइकी सुभाव की आ, पानी तो की पैदा होंदा है, काम पैदा होंदा है। अग्नि तो की है, क्रोध है।
ਅਸਮਾਨ ਤੋਂ ਕੀ ਹੈ? ਲੋਭ ਹੈ। ਜਿੱਦਾਂ ਅਸਮਾਨ ਨਹੀਂ ਭਰਦਾ, ਇਦਾਂ ਮਨੁੱਖ ਦਾ ਲੋਭ ਕਦੀ ਭਰਦਾ ਹੀ ਨਹੀਂ ਹੈ। ਬੰਦੇ ਦਾ ਲਾਲਚ ਕਦੀ ਪੂਰਾ ਹੀ ਨਹੀਂ ਹੁੰਦਾ। ਅੱਗ ਵੱਧਦੀ ਜਾਂਦੀ ਹੈ ਦਿਨ ਬ ਦਿਨ ਵਾਸ਼ਨਾ ਦੀ। ਇਸੇ ਤਰ੍ਹਾਂ ਧਰਤੀ ਤੋਂ ਜੜਤਾ ਹੈ ਔਰ ਹਵਾ ਹੈ, ਹਵਾ ਤੋਂ ਚੰਚਲਤਾ ਹੈ, ਮਨ ਟਿਕਦਾ ਨਹੀਂ ਹੈ। ਤਾਂ ਪੰਜਾਂ ਧਾਤੂਆਂ, ਪੰਜ ਧਾਤੂ, ਪੰਜ ਅੰਸ਼ਾਂ ਮਾਇਕੀ ਤੇ ਦੈਵੀ, ਇਹ ਪਰਮੇਸ਼ਰ ਨੇ ਪਾਈਆਂ ਨੇ। ਲਿਵ ਧਾਤ ਦੋਏ ਰਾਹ ਹੈ, ਹੁਕਮੀ ਕਾਰ ਕਮਾਏ। ਪਰਮੇਸ਼ਰ ਦੇ ਪਿਆਰੇ ਪੰਜਾਂ ਤੱਤਾਂ ਦਾ ਸ਼ੁਭ ਗੁਣ ਗ੍ਰਹਿਣ ਕਰਦੇ ਨੇ। ਦੁਨਿਆਵੀ ਪੁਰਖ ਮਾੜਾ ਗੁਣ ਗ੍ਰਹਿਣ ਕਰਕੇ ਸਦਾ ਹੀ ਕੁਸੰਗਤ ਵਿੱਚ ਪਏ ਰਹਿੰਦੇ ਹਨ। ਔਰ ਇਹ ਜਿਹੜੀਆਂ ਅੰਸ਼ਾਂ ਨੇ, ਇਹ ਦੋਵੇਂ ਹੀ ਪਰਮੇਸ਼ਰ ਨੇ ਆਪ ਪਾਈਆਂ ਹਨ। ਜਨ ਨਾਨਕ ਸਤਿਗੁਰ ਮੇਲੇ ਆਪੇ, ਹਰਿ ਆਪੇ ਝਗਰ ਚੁਕਾਵੈ। ਉਹ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਕਿਰਪਾ ਕਰਨ, ਆਪ ਹੀ ਪੂਰੇ ਸਤਿਗੁਰਾਂ ਨਾਲ ਮੇਲ ਦੇਣ ਔਰ ਆਪ ਹੀ ਕਿਰਪਾ ਕਰਕੇ ਜਨਮ ਮਰਨ ਰੂਪ ਝਗੜਾ, ਜਾਂ ਇਹ ਕਾਮ ਕ੍ਰੋਧ ਦਾ ਜਿਹੜਾ ਸ਼ੋਰ ਪਿਆ ਨਾ ਸਾਡੇ ਅੰਦਰ, ਝਗੜਾ ਪਿਆ ਹੈ, ਇਹਨੂੰ ਉਹ ਦੂਰ ਕਰਦੇ ਨੇ। ਨਾਲ ਨਾਲ ਲੜੀਵਾਰ ਕਥਾ ਚੱਲ ਰਹੀ ਹੈ। ਸ਼੍ਰੀਮਾਨ ਭਗਤ ਕਬੀਰ ਸਾਹਿਬ ਮਹਾਰਾਜ ਅਰਦਾਸ ਕਰਨੀ ਸਿਖਾਉਂਦੇ ਨੇ, ਵਾਹਿਗੁਰੂ ਅੱਗੇ ਕਿਵੇਂ ਬੇਨਤੀ ਕਰਨੀ ਹੈ। ਤਾਂ ਆਪ ਜੀ ਕਿਰਪਾ ਕਰਦੇ ਹੋਏ ਫਰਮਾਉਂਦੇ ਹਨ, ਬਿਲਾਵਲ ਰਾਖ ਲੇਹੋ ਹਮ ਤੇ ਬਿਗਰੀ। ਇਸ ਤਰ੍ਹਾਂ ਅਰਦਾਸ ਕਰਨੀ ਚਾਹੀਦੀ ਹੈ ਕਿ ਹੇ ਵਾਹਿਗੁਰੂ ਜੀ, ਅਸੀਂ ਵਿਗਾੜ ਬੈਠੇ ਹਾਂ। ਕਿਵੇਂ ਵਿਗੜੀ ਹੈ ਕਿ ਵਾਹਿਗੁਰੂ ਜੀ ਆਪ ਜੀ ਦੇ ਨਾਲ ਇੱਕ ਬਚਨ ਕੀਤਾ ਸੀ, ਗੁਰਮੁਖਾਂ ਕਰਾਂ ਉੱਪਰ ਚੇਤਿਆ। ਵਾਅਦਾ ਕੀਤਾ ਸੀ ਕਿ ਦਸਵੰਧ ਦਵਾਂਗੇ, ਬੰਦਗੀ ਕਰਾਂਗੇ। ਪਰ ਜਦੋਂ ਸੰਸਾਰ ਦੇ ਵਿੱਚ ਜਨਮ ਹੋਇਆ, ਲਿਵ ਛੁੜਕੀ, ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਤਾਂ ਵਾਹਿਗੁਰੂ ਨੂੰ ਭੁੱਲ ਗਏ, ਪਰਮੇਸ਼ਰ ਤੋਂ ਬੇਮੁਖ ਹੋ ਗਏ। ਤਾਂ ਇਸ ਪ੍ਰਕਾਰ ਵਿਗਾੜ ਬੈਠੇ। ਆਪ ਜੀ ਅੱਗੇ ਅਰਦਾਸ ਹੈ, ਬੇਨਤੀ ਹੈ ਕਿ ਕਿਰਪਾ ਕਰਕੇ ਰੱਖਿਆ ਕਰੋ, ਤਰਸ ਕਰਕੇ ਰੱਖ ਲਓ, ਬਖਸ਼ ਲਓ। ਲੇਖੈ ਕਤੇ ਨਾ ਛੂਟੀਐ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਸੀਲ ਧਰਮ ਜਪ ਭਗਤ ਨਾ ਕੀਨੀ, ਹਉ ਅਭਿਮਾਨ ਟੇਢ ਪਗਰੀ। ਸੀਲ ਜਤ ਨਹੀਂ ਰੱਖਿਆ, ਜਤ ਪਹਾਰਾ, ਜਾਂ ਸੀਲ ਨਰਮ ਸੁਭਾਅ ਨਹੀਂ ਰੱਖਿਆ। ਧਰਮ ਦੀ ਕਮਾਈ ਨਹੀਂ ਕੀਤੀ, ਧਰਮ ਤੇ ਚੱਲੇ ਨਹੀਂ, ਧਰਮ ਤੋਂ ਬੇਮੁਖ ਰਹੇ, ਹਮੇਸ਼ਾ ਧਰਮ ਤੋਂ ਵਿਪਰੀਤ ਚੱਲਦੇ ਰਹੇ। ਜ਼ਬਾਨ ਨੂੰ ਸਫਲ ਨਹੀਂ ਕੀਤਾ, ਜ਼ਬਾਨ ਨਾਲ ਕਦੀ ਤੇਰਾ ਜਪ ਨਹੀਂ ਕੀਤਾ। 9 ਪ੍ਰਕਾਰ ਦੀ ਭਗਤੀ ਸੀ। ਕੀਰਤਨ ਭਗਤੀ ਉਹ ਨਹੀਂ ਕਦੀ ਕੀਤੀ, ਸ਼ਰਵਣ ਭਗਤੀ, ਕਦੀ ਕਥਾ ਨਹੀਂ ਸੁਣੀ, ਕਦੀ ਕੀਰਤਨ ਨਹੀਂ ਸੁਣਿਆ। ਅਰਚਨਾ ਪੂਜਾ ਰੂਪ ਭਗਤੀ, ਕਦੀ ਮੱਥਾ ਟੇਕਣ ਨਹੀਂ ਗਏ, ਕਦੀ ਮਹਾਰਾਜ ਦੇ ਦਰਸ਼ਨ ਨਹੀਂ ਕੀਤੇ। ਜਿਵੇਂ ਸਤਿਗੁਰੂ ਕਹਿੰਦੇ ਨਾ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰੱਖੋ ਸਰਮਾ। ਆਪਾਂ ਤੇ ਰੋਜ਼ ਸੁਣਦੇ ਆ, ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿੰਤੂ ਨਾ ਹੀ ਵਿਸਰੇ। ਤਾਂ ਐਸੇ ਸ਼ੁਭ ਕਰਮ ਨਹੀਂ ਕੀਤੇ ਇਸ ਜਨਮ ਦੇ ਵਿੱਚ ਸੱਚੇ ਪਾਤਸ਼ਾਹ ਜੀ। ਇਹ ਬੜੀ ਭਾਰੀ ਗਲਤੀ ਹੋ ਗਈ ਹੈ। ਤਾਂ ਸੀਲ ਧਰਮ ਜਪ ਭਗਤ ਨਾ ਕੀਨੀ, ਹਉ ਅਭਿਮਾਨ, ਫਿਰ ਹਉਮੈ ਦੇ ਵਿੱਚ ਰਹੇ, ਅਭਿਮਾਨ ਦੇ ਵਿੱਚ ਰਹੇ, ਹੰਕਾਰ ਦੇ ਵਿੱਚ ਰਹੇ। ਸ਼ੁਭ ਗੁਣਾਂ ਦਾ, ਵਿਦਿਆ ਦਾ, ਪਦਵੀ ਦਾ, ਜਾਇਦਾਦ ਦਾ ਹੰਕਾਰ ਹੀ ਚਿੰਬੜਿਆ ਰਿਹਾ। ਟੇਢ ਪਗਰੀ, ਟੇਢਾ ਰਾਹ ਪਗਰੀ ਪਕੜ ਲਿਆ। ਸਾਰੀ ਉਮਰ ਟੇਢੇ ਰਾਹ ਤੇ ਹੀ ਅਸੀਂ ਪਏ ਰਹੇ ਹਾਂ। ਰਹਾਉ ਅਮਰ ਜਾਨ ਸੰਚੀ ਇਹ ਕਾਇਆ,
ਇਹ ਮਿਥਿਆ ਕਾਚੀ ਗਗਰੀ। ਇਸ ਸਰੀਰ ਨੂੰ ਅਮਰ ਜਾਣ ਕੇ ਵੀ ਮੈਂ ਤੇ ਮਰਦਾ ਹੀ ਨਹੀਂ। ਗੁਰਬਾਣੀ ਦੇ ਕਈ ਅਰਥ ਹੋ ਜਾਂਦੇ ਨਾ, ਮੈਂ ਨਾ ਮਰੋ ਮਰਬੋ ਸੰਸਾਰਾ। ਬੰਦੇ ਨੂੰ ਆਪ ਦੀ ਮੌਤ ਚੇਤੇ ਨਹੀਂ ਆ, ਦੂਸਰੇ ਦੀ ਮੌਤ। ਆ ਕਿਤੇ ਮੜੀਆਂ ਦੇ ਵਿੱਚ ਆਪਾਂ ਜਦੋਂ ਜਾਂਦੇ ਆ, ਉੱਥੇ ਤੁਸੀਂ ਇੰਜੀਨੀਅਰ ਨਹੀਂ ਦੇਖੇ, ਉਦਣ ਹੀ ਪੈਦਾ ਹੁੰਦੇ ਆ ਅੱਧੇ ਕੁ ਘੰਟੇ ਵਾਸਤੇ। ਕੋਈ ਕਹੂਗਾ ਲੱਕੜ ਸਿਰ ਦੇ ਥੱਲੇ ਨਹੀਂ ਦਿੱਤੀ, ਕੋਈ ਕਹੂਗਾ ਪੈਰ ਨੰਗੇ ਰਹਿ ਗਏ, ਤੇ ਕਈ ਤੇ ਮੇਰੇ ਵਰਗੇ ਪੱਖਾ ਚੁੱਕੀ ਫਿਰਦੇ ਹੁੰਦੇ, ਉਹ ਅੱਗ ਨਹੀਂ ਪੈਂਦੀ, ਆ ਪੱਖਾ ਲਿਆਈ ਫੜ ਕੇ ਘਰੋਂ। ਹੁਣ ਬੰਦਾ ਸਾਰੀ ਉਮਰ ਤੁਹਾਡੇ 'ਚ ਰਿਹਾ, ਸਾਰੀ ਉਮਰ ਉਹਨੇ ਤੁਹਾਡੇ ਵਾਸਤੇ ਕੀਤਾ, ਤੇ ਤੁਸੀਂ ਦੇਖਿਆ ਮੜੀਆਂ 'ਚ ਕਿੰਨੇ ਇੰਜੀਨੀਅਰ ਪੈਦਾ ਹੁੰਦੇ ਆ, ਕਿੱਡੇ ਕਿੱਡੇ ਸਿਆਣੇ ਜੰਮਦੇ ਆ। ਉਹ ਜਿਹੜੇ ਲੱਕੜਾਂ ਲਵਾਉਂਦੇ ਪਏ ਹੁੰਦੇ ਆ ਨਾ, ਇਹਦੇ ਸਿਰ ਥੱਲੇ ਦੇ ਇਹਦੇ ਮਿੱਟੀ ਦਾ ਤੇਲ ਪਾ, ਭਾਵੇਂ ਮਰਿਆਦਾ ਦੇ ਵਿੱਚ ਨਹੀਂ ਆਉਂਦਾ, ਇਹਨੂੰ ਐ ਕਰ ਓਂ ਕਰ, ਅੱਗ ਚੰਗੀ ਤਰ੍ਹਾਂ ਪਵੇ। ਉਹ ਜਿਹੜੇ ਲੱਕੜਾਂ ਲਵਾਉਣ ਵਾਲੇ ਨੇ, ਉਹਨਾਂ ਨੂੰ ਆਪ ਦੀ ਭੁੱਲੀ ਪਈ ਹੈ। ਇਹ ਤੋਂ ਵੱਡੀ ਕੀ ਹੈਰਾਨੀ ਹੋ ਸਕਦੀ ਹੈ। ਜਿਹੜੇ ਉੱਥੇ ਖਲੋਤੇ ਸਾਰਾ ਕੁਝ ਕਰ ਸਕਦੇ, ਕਰ ਰਹੇ ਨੇ ਸਾਰਾ ਕੁਝ। ਸਤਿਗੁਰੂ ਕਹਿੰਦੇ ਨਾ, ਬੀਤ ਜੈ ਹੈ ਬੀਤ ਜੈ ਹੈ ਜਨਮ ਅਕਾਜ ਰੇ, ਨਿਸ ਦਿਨ ਸੁਨ ਕੇ ਪ੍ਰਾਨ ਸਮਝਤ ਨਹਿ ਰੇ, ਅਜਾਨ ਕਾਲ ਤੋਂ ਪਹੁੰਚਿਓ ਆਨ, ਕਹਾ ਜੈ ਹੈ ਭਾਜ ਰੇ। ਹੁਣ ਆਪਣੇ ਕੰਨਾਂ ਨਾਲ ਸੁਣਿਆ ਵੀ ਆ ਤੇ ਅੱਖਾਂ ਨਾਲ ਵੇਖਿਆ ਵੀ ਆ ਦੁਨੀਆ ਨੂੰ, ਮਰਦਿਆਂ ਜਾਂਦਿਆਂ, ਪਰ ਫਿਰ ਵੀ ਆਪਦੀ ਮੌਤ ਭੁੱਲੀ ਪਈ, ਆਪਣੇ ਆਪ ਨੂੰ ਅਮਰ ਮੰਨੀ ਬੈਠੇ। ਫਿਰ ਹੈਰਾਨੀ ਦੀ ਗੱਲ ਹੈ, ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਬੰਦਾ ਵੇਂਦਾ ਵੀ ਆ, ਸੁਣਦਾ ਵੀ ਆ, ਫਿਰ ਵੀ ਅੰਨੇ ਦਾ ਅੰਧਾ, ਪੇਖਤ ਚਾਖਤ ਕਹੀਅਤ ਅੰਧਾ, ਸੁਣੀਅਤ ਸੁਣੀਏ ਨਾਹੀ। ਐਸੇ ਹਾਲਾਤ ਨੇ। ਤਾਂ ਸਤਿਗੁਰੂ ਕਹਿੰਦੇ ਆਪਣੇ ਆਪ ਨੂੰ ਅਮਰ ਜਾਣ ਕੇ ਪਦਾਰਥਾਂ ਰੂਪ ਜਲ ਦੇ ਨਾਲ ਇਹ ਕਾਇਆ ਨੂੰ, ਸਰੀਰ ਨੂੰ ਮੈਂ ਸੰਚਦਾ ਰਿਹਾ, ਪਾਲਦਾ ਰਿਹਾ, ਪਦਾਰਥਾਂ ਰੂਪ ਜਲ ਲਾਇਆ ਹੈ। ਪਰ ਇਹ ਸਰੀਰ ਕਿੱਦਾਂ ਦਾ ਸੀ ਭੁੱਲ ਗਿਆ। ਇਹ ਮਿਥਿਆ ਕਾਚੀ ਗਗਰੀ, ਇਹ ਸਰੀਰ ਮਿਥਿਆ ਹੈ। ਤੇ ਮਿਥਿਆ ਦੇ ਅਰਥ ਵਿਦਵਾਨਾਂ ਨੇ ਕਈ ਕੀਤੇ ਨੇ। ਇੱਕ ਤੇ ਝੂਠਾ, ਇੱਕ ਮਿਥਿਆ ਦਾ ਅਰਥ ਕੀਤਾ ਹੈ ਵੀ ਜਿਹੜੀ ਚੀਜ਼ ਦਿਖਦੀ ਤੇ ਹੋਵੇ ਪਰ ਅਸਲੀਅਤ ਵਿੱਚ ਨਾ ਹੋਵੇ, ਪਕੜ ਦੇ ਵਿੱਚ ਨਾ ਆਵੇ। ਪਰ ਇੱਕ ਬੜੇ ਹੋਰ ਚੰਗੇ ਵਿਦਵਾਨ ਨੇ, ਉਹਨਾਂ ਬਹੁਤਾ ਸੋਹਣਾ ਅਰਥ ਕੀਤਾ ਹੈ। ਉਹ ਕਹਿੰਦੇ ਮਿਥਿਆ ਦਾ ਮਤਲਬ ਜਿਸ ਚੀਜ਼ ਦੀ ਤੁਹਾਡੀ ਨਿਗਾਹ 'ਚ ਅਹਿਮੀਅਤ ਨਾ ਰਹਿ ਜੇ। ਜਿਵੇਂ ਰੱਬ ਦੇ ਪਿਆਰਿਆਂ ਦੇ ਵਿੱਚ ਦੁਨੀਆ ਦੇ ਪਦਾਰਥਾਂ ਦੀ ਕੋਈ ਅਹਿਮੀਅਤ ਨਹੀਂ, ਹੁਣ ਨਾ ਹੁਣ ਉਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ, ਉਹਨੂੰ ਵੀ ਮਿਥਿਆ ਕਹਿ ਜਾਂਦਾ। ਮੈਨੇ ਜਿਸ ਚੀਜ਼ ਦੀ ਹੁਣ ਤੁਹਾਡੀ ਨਿਗਾਹ 'ਚ ਅਹਿਮੀਅਤ ਨਹੀਂ, ਕਿਸੇ ਕੰਮ ਨਹੀਂ ਹੈ, ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਸਰੀਰ ਮਿਥਿਆ ਹੈ, ਤੁਸ਼ ਹੈ, ਇਹ ਕਿਸੇ ਕੰਮ ਨਹੀਂ ਆਉਣਾ ਹੈ। ਤੇ ਕੱਚਾ ਹੈ, ਗਗਰੀ, ਗਾਗਰ ਵਰਗਾ, ਜਿਵੇਂ ਕੱਚਾ ਘੜਾ ਪਾਣੀ ਪਾਇਆ ਖਰ ਜਾਂਦਾ ਹੈ, ਜਿਵੇਂ ਜਿਵੇਂ ਸਵਾਸਾਂ ਰੂਪੀ ਪਾਣੀ ਨਿਕਲ ਰਿਹਾ ਜਾਂ ਪੈ ਰਿਹਾ, ਸਵਾਸ ਬਤੀਤ ਹੋ ਰਹੇ ਨੇ, ਇਹ ਖਤਮ ਹੁੰਦਾ ਜਾ ਰਿਹਾ ਹੈ। ਜਾਂ ਜਿਵੇਂ ਜਿਵੇਂ ਕਾਲ ਰੂਪੀ, ਸਮਾਂ ਰੂਪੀ ਪਾਣੀ ਪੈ ਰਿਹਾ ਹੈ, ਉਮਰ ਬਤੀਤ ਹੋ ਜਾ ਰਹੀ ਹੈ, ਇਹ ਖਤਮ ਹੁੰਦਾ ਜਾ ਰਿਹਾ ਹੈ। ਤੇ ਅੰਤ ਦਾ ਅਰਥ ਬੜਾ ਸੋਹਣਾ ਕਿਸੇ ਮਹਾਤਮਾ ਨੇ ਕੀਤਾ ਹੈ। ਅੰਤ ਮੈਨੇ ਖਤਮ ਹੋਣਾ ਨਹੀਂ, ਅੰਤ ਮੈਨੇ ਬਦਲ ਜਾਣਾ। ਇੱਕ ਨਵਾਂ ਅਰਥ ਕੀਤਾ ਕਿਸੇ ਮਹਾਤਮਾ ਨੇ, ਬਦਲ ਜਾਣਾ। ਪਹਿਲਾਂ ਬਚਪਨ ਸੀ, ਉਹ ਬਦਲ ਗਿਆ ਜਵਾਨੀ 'ਚ, ਜਵਾਨੀ ਬਦਲ ਗਈ ਅੱਧ ਖੜ 'ਚ, ਅੱਧ ਖੜ ਬਦਲ ਗਈ ਬੁਢੇਪੇ 'ਚ, ਤੇ ਹੁਣ ਬੁਢੇਪਾ ਕਿਹਦੇ 'ਚ ਬਦਲਿਆ? ਮੌਤ। ਮੌਤ ਅੰਤ ਨਹੀਂ ਆ, ਮੌਤ ਇੱਕ ਬਦਲਾਅ ਹੈ। ਇੱਥੇ ਮਰਦਾ ਕੁਝ ਵੀ ਨਹੀਂ ਹੈ। ਉਹ ਬਦਲ ਹੀ ਐਸੀ ਹਸਤੀ 'ਚ ਜਾਂਦਾ ਜਿਹੜੀ ਸਾਡੀ ਨਿਗਾਹ 'ਚ ਨਹੀਂ ਆਉਂਦੀ। ਕਿਉਂ? ਸਾਡੀ ਨਿਗਾਹ 'ਚ ਤੇ ਸਿਰਫ ਤਿੰਨ ਚੀਜ਼ਾਂ ਨੇ, ਜਨਮ ਲਿਆ, ਪਲਦਾ ਪਿਆ ਤੇ ਮਰ ਜਾਂਦਾ, ਤਿੰਨ ਚੀਜ਼ਾਂ ਹੀ ਆਉਂਦੀਆਂ ਨਾ। ਜਿਵੇਂ ਆਪਾਂ ਕਹਿੰਦੇ ਗੋਡ, ਜੀ ਮੈਨੇ ਜਨਰੇਟਰ, ਉਹ ਮੈਨੇ ਓਪਰੇਟਰ, ਤੇ ਡੀ ਮੈਨੇ ਡਿਸਟਰੋਇਰ। ਏਕਾ ਮਾਈ ਜੁਗਤ ਵਿਆਹੀ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਤਾਂ ਤਿੰਨ ਚੀਜ਼ਾਂ ਦਿਖਦੀਆਂ ਨੇ, ਜੰਮਦਾ ਹੈ, ਪਲਦਾ ਹੈ, ਮਰਦਾ ਹੈ, ਚੌਥੀ ਨਹੀਂ ਦਿਖਦੀ। ਤਾਂ ਉਹ ਕੀ ਆ? ਐਸਾ ਬਦਲਾਅ ਜਿਹੜਾ ਇਹਨਾਂ ਅੱਖਾਂ 'ਚ ਨਹੀਂ ਦਿਖਦਾ, ਬਾਹਰਲੇ ਸਰੀਰ ਦੇ ਸੰਬੰਧ 'ਚ ਨਹੀਂ ਆਉਂਦਾ।
ਇਦਾਂ ਇਹ ਸਰੀਰ ਖਤਮ ਹੋ ਜਾਂਦਾ ਹੈ। ਮਹਾਰਾਜ ਫਰਮਾਉਂਦੇ ਹਨ, ਜਿਨ ਹੈ ਨਿਵਾਜ ਸਾਜ ਹਮ ਕੀਏ, ਤਿਸ ਹੈ ਬਿਸਾਰ ਅਵਰ ਲਗਰੀ। ਜਿਸ ਵਾਹਿਗੁਰੂ ਨੇ ਪੰਜਾਂ ਤੱਤਾਂ ਤੋਂ ਇਹ ਸਰੀਰ ਸਾਜਿਆ, ਫਿਰ ਨਵਾਜਿਆ, ਵਡਿਆਈ ਦੇ ਕੇ, ਪਦਾਰਥ ਦੇ ਕੇ, ਪ੍ਰਤਿਸ਼ਠਾ ਦੇ ਕੇ, ਸਤਿਕਾਰ ਦਿੱਤਾ, ਪਰਿਵਾਰ ਦਿੱਤਾ, ਜਾਇਦਾਦ ਦਿੱਤੀ, ਇਹਨਾਂ ਵਡਿਆਈਆਂ ਦੇ ਨਾਲ ਨਵਾਜਿਆ, ਉਹ ਵਾਹਿਗੁਰੂ ਭੁੱਲ ਕੇ ਅਵਰ ਲਗਰੀ ਪਦਾਰਥਾਂ ਦੇ ਵਿੱਚ ਹੀ ਸਾਡੀ ਬੁੱਧੀ ਲੱਗੀ ਰਹੀ, ਸੰਸਾਰ ਦੇ ਵਿੱਚ ਹੀ ਅਸੀਂ ਫਸੇ ਰਹੇ ਸਾਰੀ ਉਮਰ। ਸੰਦਕ ਤੋਹੇ ਸਾਧ ਨਹੀਂ ਕਹੀਓ, ਸਰਣ ਪਰੇ ਤੁਮਰੀ ਪਗਰੀ। ਕਬੀਰ ਸਾਹਿਬ ਕਹਿੰਦੇ, ਹੈ ਵਾਹਿਗੁਰੂ, ਦੁਨੀਆ ਸਾਨੂੰ ਸਾਧ ਕਹਿੰਦੀ ਹੈ, ਸੰਤ ਕਹਿੰਦੀ ਹੈ, ਪਰ ਅਸੀਂ ਸੰਤ ਨਹੀਂ, ਅਸੀਂ ਤੇ ਸੰਧਕ ਚੋਰ ਆ, ਸੰਧ ਲਾਉਣ ਵਾਲੇ। ਜਿਹੜਾ ਕੰਧ ਦੇ ਵਿੱਚ ਪਾੜ ਪਾਉਂਦਾ ਨਾ, ਅਸੀਂ ਹਉਮੈ ਦੀ ਸੰਧ ਲਾ ਛੱਡੀ, ਵਾਹਿਗੁਰੂ ਦੀ ਬੰਦਗੀ ਨਹੀਂ ਕੀਤੀ। ਹੇ ਸੱਚੇ ਪਾਤਸ਼ਾਹ, ਤੇਰੀ ਸ਼ਰਨ ਪਏ ਆ, ਆਪ ਜੀ ਦੇ ਚਰਨਾਂ ਦੀ ਸ਼ਰਨ ਫੜੀ ਹੈ, ਕਿਰਪਾ ਕਰਕੇ ਸਾਡੀ ਰੱਖਿਆ ਕਰੋ। ਕਹਿ ਕਬੀਰ ਇਹ ਬੇਨਤੀ ਸੁਨੀਓ, ਹਮ ਘਾਲੋ ਜਮ ਕੀ ਖਬਰੀ। ਕਬੀਰ ਸਾਹਿਬ ਕਹਿੰਦੇ, ਹੇ ਪ੍ਰਭੂ, ਇਹ ਬੇਨਤੀ ਮੇਰੀ ਸੁਣੋ, ਪ੍ਰਵਾਨ ਕਰੋ ਕਿ ਜਮਾ ਦੀ ਖਬਰ ਨਾ ਮੈਨੂੰ ਘੱਲਿਓ, ਜਮ ਨਾ ਮੈਨੂੰ ਲੈਣ ਆਉਣ, ਆਪਣੇ ਚਰਨਾਂ ਦੇ ਵਿੱਚ ਨਿਵਾਸ ਦਿਓ। ਜਾਂ ਖਬਰੀ ਦਾ ਮਹਾਂਪੁਰਸ਼ ਅਰਥ ਕਰਦੇ ਨੇ ਫਾਈ। ਧਾਰਮਿਕ ਗ੍ਰੰਥਾਂ 'ਚ ਲਿਖਿਆ, ਜਦੋਂ ਸਰੀਰ ਵਿੱਚੋਂ ਜਿੰਦ ਕੱਢੀ ਦੀ ਹੈ ਤਾਂ ਉਹ ਜਿਹੜੀ ਰੱਸਾ ਪਾਉਂਦੇ ਨੇ ਜਾਂ ਰੱਸੀ ਪਾਉਂਦੇ ਨੇ, ਉਹਨੂੰ ਫਾਈ ਕਿਹਾ ਹੈ, ਖਬਰੀ ਕਿਹਾ, ਜਿਹਦੇ ਨਾਲ ਆਤਮਾ ਨੂੰ ਸਰੀਰ 'ਚੋਂ ਕੱਢ ਲੈਂਦੇ ਨੇ। ਜਾਂ ਮਹਾਂਪੁਰਸ਼ ਅਰਥ ਕਰਦੇ ਨੇ ਖਬਰੀ, ਕਹਿੰਦੇ ਤਲਵਾਰ ਨੂੰ ਜਿਹੜੀ ਬੜੀ ਖਰ ਤਿੱਖੀ ਹੈ, ਮੌਤ ਰੂਪੀ ਤਲਵਾਰ ਬੜੀ ਤਿੱਖੀ ਹੈ, ਇਹਦਾ ਬਹੁਤ ਜ਼ਿਆਦਾ ਮੌਤ ਦਾ ਦੁੱਖ ਮੰਨਿਆ ਗਿਆ ਹੈ। ਜਿਵੇਂ ਬਾਣੀ ਦੇ ਵਿੱਚ ਕਹਿੰਦੇ ਨਾ ਕਿ ਜਿਉਂ ਜਮ ਆਏ ਕੇਸ ਗਹਿ ਪਟਕੈ, ਇਦਾਂ ਦੁੱਖ ਦੀ ਹਾਲਤ ਬਣਦੀ ਹੈ। ਇਹ ਤੋਂ ਸੱਚੇ ਪਾਤਸ਼ਾਹ ਆਪ ਜੀ ਦਾਸ ਨੂੰ ਬਚਾ ਕੇ ਰੱਖਿਓ। ਇਹ ਲੜੀਵਾਰ ਕਥਾ ਤੇ ਪਾਵਨ ਪਵਿੱਤਰ ਸ੍ਰੀ ਮੁਖਵਾਕ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਆਪ ਸਾਰਿਆਂ ਨੇ ਸ਼ਰਵਣ ਕੀਤਾ ਹੈ। ਅਖੀਰ ਤੇ ਜ਼ਰੂਰੀ ਬੇਨਤੀ ਇਹ ਹੈ ਕਿ ਨਾਲ ਨਾਲ ਕਿਸਾਨ ਸੰਘਰਸ਼ ਚੱਲ ਰਿਹਾ ਹੈ ਬਹੁਤ ਵੱਡਾ, ਤੇ ਇਹ ਕੋਈ ਕੁਦਰਤੀ ਸੰਜੋਗ ਕਹਿ ਲਓ ਇਸ ਧਰਤੀ ਦਾ। ਅੱਜ ਤੋਂ ਨਹੀਂ, ਅਹਿਮਦ ਸ਼ਾਹ ਅਬਦਾਲੀ ਤੋਂ ਇਹਦੇ ਉੱਤੇ ਕੋਈ ਨਾ ਕੋਈ ਹੱਲਾ ਹੁੰਦਾ ਹੀ ਆ ਰਿਹਾ। ਅੱਜ ਤੋਂ ਨਹੀਂ, ਸ਼ੁਰੂ ਤੋਂ ਹੀ। ਜਦੋਂ ਐਮਰਜੈਂਸੀ ਲੱਗੀ ਸੀ ਉਦੋਂ ਵੀ ਪੰਜਾਬੀਆਂ ਨੇ ਪਹਿਲ ਕੀਤੀ ਸੀ, ਤੇ ਸਮੇਂ ਦੀ ਪ੍ਰਧਾਨ ਮੰਤਰੀ ਨੇ ਕੀ ਕਿਹਾ ਸੀ ਕਿ ਸਾਰੇ ਦੇਸ਼ ਵਿੱਚ ਲੱਗੀ ਹੈ, ਪੰਜਾਬੀਓ ਤੁਹਾਡੇ ਜ਼ਿਆਦਾ ਹੀ ਢਿੱਡ ਪੀੜ ਹੁੰਦੀ ਹੈ ਵੀ ਮੇਰੀ ਐਮਰਜੈਂਸੀ ਤੋੜੀ ਹੈ। ਸੰਤਾਂ ਨੇ 37 ਜਲੂਸ ਕੱਢੇ ਸੀ, ਬਹੁਤ ਵੱਡੀ ਮਿਹਨਤ ਕੀਤੀ ਸੀ। ਇਹ ਕੋਈ ਕੁਦਰਤੀ ਹੈ ਕਿ ਪੰਜਾਬ ਨੂੰ ਹੀ ਸਾਹਮਣੇ ਹੋਣਾ ਪੈਂਦਾ ਹੈ। ਹੁਣ ਕਿਸਾਨ ਸੰਘਰਸ਼ ਚੱਲਦਾ ਪਿਆ ਹੈ, ਤੇ ਕੋਈ ਉਹਨਾਂ ਨੂੰ ਅੱਤਵਾਦੀ ਕਹਿੰਦਾ ਹੈ, ਕੋਈ ਉਹਨਾਂ ਨੂੰ ਵੱਖਵਾਦੀ ਕਹਿੰਦਾ ਹੈ। ਜੇ ਉਹ ਅੱਤਵਾਦੀ ਹੁੰਦੇ ਤੇ 60 ਦਿਨ ਉਹ ਸਿਆਲ 'ਚ ਬੈਠੇ ਨੇ, ਆਪਾਂ ਇੱਥੇ ਰਜਾਈਆਂ 'ਚ ਬੈਠੇ ਆ, ਕੰਬਲਾਂ 'ਚ ਬੈਠੇ ਆ, ਉਹ ਸੜਕ ਤੇ ਬੈਠੇ ਨੇ। ਅੱਤਵਾਦੀ ਹੁੰਦੇ ਤੇ ਉਦਣ ਦਾ ਹੀ ਕੋਈ ਨਾ ਕੋਈ ਚੰਦ ਚਾੜਦੇ, ਪਰ ਉਹ ਬਦਨਾਮ ਕਰਨ ਦੀ ਕੋਸ਼ਿਸ਼ ਸਰਕਾਰਾਂ ਦੀ ਨੀਤੀ ਹੁੰਦੀ, ਫੁੱਟ ਪਾਓ ਤੇ ਫੇਲ ਕਰੋ। ਗੁਰੂ ਕਿਰਪਾ ਕਰੇ। ਹੁਣ ਨਿੱਕੀ ਜੀ ਗੱਲ ਹੈ ਜੀ, ਤੁਸੀਂ ਕੇਸਰੀ ਝੰਡਾ ਲਾਤਾ, ਇਹ ਤੇ ਸਾਡੇ ਹਰ ਗੱਡੀ ਤੇ ਲੱਗਦਾ ਜਦੋਂ ਅਸੀਂ ਨਗਰ ਕੀਰਤਨ ਕੱਢਦੇ ਹਾਂ, ਇਹ 'ਚ ਕਿੱਡੀ ਗੱਲ ਆ ਕਿਤੇ। ਨਾਲੇ ਕੇਸਰੀ ਝੰਡਾ ਜਿਹੜਾ ਹੈ ਉਹ ਖਾਲੀ ਪੋਲ ਤੇ ਲਾਇਆ ਵਾ, ਤਿਰੰਗਾ ਲਾ ਕੇ ਥੋੜੀ ਲਾਇਆ ਵਾ। ਤਿਰੰਗਾ ਤੇ ਨਾਲ ਹੀ ਲੱਗਾ ਹੈ ਤੁਹਾਡਾ, ਤੇ ਜਦੋਂ ਇੱਧਰ ਬਾਰਡਰ ਵੱਲ ਨੂੰ ਇਹਨਾਂ ਨੇ ਗੱਡੀਆਂ ਭੇਜਣੀਆਂ ਹੁੰਦੀਆਂ ਵਾ, ਉਦੋਂ ਆਪ ਕੇਸਰੀ ਲਾ ਦਿੰਦੇ ਆ ਵੀ ਜਾ ਕੇ ਮਰੋ, ਸ਼ਹੀਦ ਹੋ। ਸਮਾਂ ਬੜਾ ਭਿਆਨਕ ਹੈ। ਗੁਰੂ ਕਿਰਪਾ ਕਰੇ, ਪੰਥ ਦੀ ਬੌੜੀ ਕਰੇ,
नहीं तो स्थिति इदां दी बनती जा रही है कि सरकार जापदा वा भी मनण नूं तैयार नहीं हो रही। अपने देश के वासियों नाल इन्नी हउमैं, इन्ना हंकार, ये किहड़ा बाहरले देश के वासी ने भी जिन्हां नूं न्याय नहीं देना, नाले शांतमई सब कुछ चलदा पिया है। चलो जिवें मालिक की मर्जी, परमेश्वर की मर्जी, पर समा जिहड़ा हालात है ये कोई देखण वालिआं नूं, सियाणे सज्जणां नूं बहुता चंगा नहीं लगता। हो सकता है कि ये फिर उही 84 वाले हालात बना देण, क्योंकि बहाना तो ये अगे ही लभदे पए ने, ते इन्हां नूं थोड़ा जिहा कोई बहाना भी बन गया केसरी झंडे का। तो बंदा पूछे भी जदों लंगर खांदे उदों निशान साहब नहीं चेते आउंदा। अमेरिका है, कनेडा है, उत्थे जदों नगर कीर्तन निकलते ना जी, जिथे अमेरिका का झंडा जाऊगा उहदे नाल निशान साहब जांदा है, किसी नूं कोई प्रॉब्लम नहीं है। प्रॉब्लम साडी नीत दे विच आ गई है। जदों सरकारां दी नीत माड़ी हो जाए ना, फिर ये कुछ ना कुछ बहाने घड़ लैंदी है। होइयां भुल्लां चुकां दी खिमा जी, ये बेनती भी प्रवान करियो, अरदास करियो, क्योंकि साडा सारियां दा फर्ज बनता है कि असी इस संघर्ष का साथ दईए। अखीर उत्ते सिंह साहब सत्कारयोग ज्ञानी जगतार सिंह जी हैड ग्रंथी साहब का कोटान कोटान धन्नवाद, जिन्हां ने आप संगतां दे दर्शन करवाए ने। दमदमी टकसाल दे मुखी श्रीमान संत ज्ञानी हरनाम सिंह जी खालसा पिंडरां वालियां वालों भी धन्नवाद। आओ सतगुरां दे चरनां विच बेनती करके समाप्ति करिए जी। कृपा करो दीन के दाते, मेरा गुण अवगुण ना विचारो कोई, माटी का क्या धोपै स्वामी, मानस की गत एही, लेखै कते न छूटीए, खिन खिन भूलन हार, बख्शन हार बख्श लै, नानक पार उतार। संदक तोहे साध नहीं कहियो, शरण परे तुमरी पगरी, कह कबीर यह बिनती सुनियो, मत घालो जम की खबरी। वाहिगुरु जी का खालसा, वाहिगुरु जी की फतेह।